ਕਮਾਇਮਾ ਕਾਲਜ ਸਕੂਲ ਆਫ ਨਰਸਿੰਗ BC ਦੇ ਰਜਿਸਟਰਡ ਹੈਲਥ ਕੇਅਰ ਅਸਿਸਟੈਂਟ ਟ੍ਰੇਨਿੰਗ ਪ੍ਰੋਵਾਈਡਰ ਹਨ। ਇਹਨਾਂ ਕੋਲ ਵਿਦਿਆਰਥੀਆਂ ਨੂੰ ਉੱਚ ਮਿਆਰ ਦੀ ਵਿੱਦਿਆ ਦੇਣ ਲਈ ਵਚਨਬੱਧ ਸਰਟੀਫਾਈਡ ਟੀਚਰਸ ਹਨ। ਰੈਜ਼ੀਡੈਂਟ ਕੇਅਰ ਏਡ, ਹੈਲਥ ਕੇਅਰ ਅਸਿਸਟੈਂਟ, ਲੌਂਗ ਟਰਮ ਕੇਅਰ ਏਡ, ਹੋਮ ਸਪੋਰਟ ਵਰਕਰ, ਇੰਟਰਨੈਸ਼ਨਲੀ ਐਜੂਕੇਟਡ nurse licensure preparation, prenatal classes and other nursing workshops। PCTIA ਤੋਂ ਮਾਨਤਾ ਪ੍ਰਾਪਤ ਕਮਾਇਮਾ ਕਾਲਜ ਨੂੰ ਕਾਲ ਕਰੋ 6045935178। ਹਾਂਜੀ ਮੋਦੀ ਸਾਹਿਬ ਕੀ ਹੋ ਰਿਹਾ ਹੈ? ਬਸ ਜੀ ਇੰਸ਼ੋਰੈਂਸ ਵਾਲੇ ਨੇ ਤੰਗ ਕਰ ਮਾਰਿਆ। ਕਦੀ ਕੋਈ ਰਸੀਦ ਮੰਗਦੇ ਆ, ਕਦੀ ਕੋਈ ਰਿਪੋਰਟ ਮੰਗਦੇ ਆ। ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਆਪਾਂ ਚੱਲਦੇ ਹਾਂ ਗੋਲਡਨ ਸ਼ੀਲਡ ਐਡਜਸਟਰ। ਅੱਗ, ਪਾਣੀ ਜਾਂ ਚੋਰੀ ਤੋਂ ਹੋਏ ਨੁਕਸਾਨ ਵਿੱਚ ਇੰਸ਼ੋਰੈਂਸ ਕੰਪਨੀ ਤੋਂ ਵਧੀਆ ਰਾਹਤ ਲਈ ਗੋਲਡਨ ਸ਼ੀਲਡ ਐਡਜਸਟਰਸ ਨੂੰ ਯਾਦ ਰੱਖੋ। ਅਸੀਂ ਇਸ ਤਰ੍ਹਾਂ ਦੇ ਕਈ ਲੋਕਾਂ ਦੀ ਮਦਦ ਕਰ ਚੁੱਕੇ ਹਾਂ। We have over 40 years of adjusting experience. ਮੁਆਵਜ਼ਾ ਮਿਲਣ ਤੋਂ ਬਾਅਦ ਹੀ ਫੀਸ ਲਈ ਜਾਏਗੀ। ਗੋਲਡਨ ਸ਼ੀਲਡ ਐਡਜਸਟਰਸ। ਇਸ ਸਮੱਸਿਆ ਨਾਲ ਕਿਵੇਂ ਜੂਝਿਆ ਜਾਏ, ਕਿਉਂਕਿ ਇੱਕ ਬੜੀ ਵੱਡੀ ਪ੍ਰੋਬਲਮ ਹੈਗੀ ਖਾਸ ਤੌਰ ਉੱਤੇ ਪੇਰੈਂਟਸ ਵਾਸਤੇ ਕਿ ਪੇਰੈਂਟਸ ਜਿਹੜੇ ਕਹਿੰਦੇ ਨੇ ਜੀ ਸਾਡੇ ਜਿਹੜੇ ਬੱਚੇ ਨੇ ਇਹ ਸਿੱਖੀ ਸਰੂਪ ਤੋਂ ਦੂਰ ਹੁੰਦੇ ਜਾ ਰਹੇ ਨੇ, ਪਰ ਕੀ ਉਸ ਵਾਸਤੇ ਜ਼ਿੰਮੇਵਾਰ ਕੌਣ ਹੈ? ਕੀ ਕਦੀ ਅਸੀਂ ਆਪ ਵੇਖਿਆ ਕਿ ਅਸੀਂ ਐਜ਼ ਰੋਲ ਮਾਡਲਸ ਉਹਨਾਂ ਦੇ ਸਾਹਮਣੇ ਆਏ ਕਿ ਨਹੀਂ ਆਏ? ਆਓ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਂਦੇ ਜੀ ਭਾਈ ਸਾਹਿਬ। ਸੋ ਬ੍ਰੇਕ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀ ਇਹ ਜਿਹੜਾ ਤੁਸੀਂ ਹੁਣ ਪ੍ਰਸ਼ਨ ਕੀਤਾ ਹੈ, ਕੁਐਸਚਨ ਕੀਤਾ ਜੀ, ਅਸਲ ਵਿੱਚ ਮਾਪੇ ਬੱਚਿਆਂ ਲਈ ਮਾਡਲ ਰੋਲ ਹੁੰਦੇ ਨੇ। ਸਾਡਾ ਮਾਪਿਆਂ ਦਾ ਡਬਲ ਸਟੈਂਡਰਡ ਹੈ ਜੀ। ਜਿਨ੍ਹਾਂ ਪਰਿਵਾਰਾਂ 'ਚ ਮਾਪੇ ਆਪ ਧਰਮੀ ਨੇ ਉਹਨਾਂ ਦੇ ਬੱਚੇ ਵੀ ਧਰਮੀ ਨੇ ਜੀ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸੱਤ ਨਾਲ ਜੁੜ ਜਾਣ, ਸਾਨੂੰ ਪਹਿਲਾਂ ਆਪ ਬੱਚਿਆਂ ਨੂੰ ਸੱਤ ਜੀਉ ਕੇ ਵਿਖਾਉਣਾ ਪਏਗਾ। ਰਾਈਟ, ਉਪਦੇਸ਼ ਨਹੀਂ, ਜ਼ਬਾਨੀ ਉਪਦੇਸ਼ ਨਹੀਂ, ਲਿਖਤੀ ਉਪਦੇਸ਼ ਨਹੀਂ। ਸਾਡਾ ਕਿਰਦਾਰ ਬੱਚੇ ਵੇਖਣ ਤੇ ਫਖਰ ਨਾਲ ਕਹਿਣ ਇਹ ਕਿਰਦਾਰ ਹੈ। ਕੋਈ ਲੋੜ ਨਹੀਂ ਉਹਨਾਂ ਲਈ ਗੁਰਦੁਆਰੇ ਦੀ। ਪਹਿਲਾ ਜੋ ਟੀਚਰ ਹੈ, ਪਹਿਲਾ ਟੀਚਰ ਮਾਂ ਹੈ, ਬਾਪ ਹੈ। ਪਹਿਲਾ ਅੱਜ ਤਰਾਸਦੀ ਹੈ, ਨਾ ਮਾਂ ਧਰਮੀ ਰਹਿ ਗਈ, ਨਾ ਬਾਪ ਧਰਮੀ ਰਹਿ ਗਿਆ। ਠੀਕ, ਤੇ ਅਸੀਂ ਆਸ ਰੱਖਦੇ ਹਾਂ ਬੱਚੇ ਧਰਮੀ ਹੋ ਜਾਣ ਜੀ। ਦੋ ਮਾਪੇ, ਪ੍ਰਚਾਰ ਦੇ ਸੈਂਟਰ ਗੁਰਦੁਆਰੇ ਜੀ। ਗੁਰਦੁਆਰਿਆਂ ਵਿੱਚ ਜ਼ਿਆਦਾ ਸਾਡੇ ਕੋਲ ਧਨ ਜ਼ਿਆਦਾ ਹੋਣਾ ਚਾਹੀਦਾ ਹੈ। ਪ੍ਰਚਾਰ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਦੇ ਹੁਕਮ ਤੋਂ ਪਿੱਛੇ ਹਟਦਾ ਖੁਦਗਰਜੀ ਦੇ ਨਾਲ ਵੱਧਦਾ ਗਿਆ। ਰਾਈਟ, ਸੱਤ ਨਾਲ ਟੁੱਟਦਾ ਗਿਆ, ਪਦਾਰਥ ਨਾਲ ਜੁੜਦਾ ਗਿਆ। ਪਦਾਰਥ ਤੇ ਪਰਮਾਰਥ ਨੂੰ ਦੋਵਾਂ ਨੂੰ। ਤੇ ਸਿੱਖ ਦੇ ਜੀਵਨ ਵਿੱਚ ਧਰਮ ਤੇ ਧੰਦਾ, ਕਿਰਤ ਤੇ ਜਿਹੜੀ ਪਰਮਾਤਮਾ ਦੋਵੇਂ ਇਕੱਠੇ। ਇਹ ਵੱਖਰਾ ਨਹੀਂ ਚੀਜ਼, ਵੱਖਰਾ ਨਹੀਂ ਹੈ ਹੀ ਨਹੀਂ ਹੈ ਜੀ। ਹਾਂ, ਇਹ ਜ਼ਰੂਰ ਹੈ ਕਿ ਸਿੱਖ ਦਾ ਧਰਮ ਧੰਦਾ ਨਹੀਂ ਬਣਨਾ ਚਾਹੀਦਾ, ਸਿੱਖ ਦਾ ਧੰਦਾ ਧਰਮ ਬਣਨਾ ਚਾਹੀਦਾ। ਬਿਲਕੁਲ। ਤੇ ਅਸੀਂ ਗੁਰਦੁਆਰਿਆਂ ਤੱਕ ਸੀਮਤ ਰਹਿ ਗਏ ਕਿ ਉੱਥੇ ਜਾ ਕੇ ਤੇ ਆਪਣੀ ਸੋਚ ਵਿੱਚ ਕੁਛ ਦੇਰ ਲਈ ਵਿਖਾਵੇ ਦੇ ਤੌਰ 'ਤੇ ਤਾਂ ਪਰਿਵਰਤਨ ਲਿਆਉਣ ਦੀ ਕੋਸ਼ਿਸ਼ ਕਰ ਲਈ, ਪਰ ਜਿਉਂ ਹੀ ਬਾਹਰ ਨਿਕਲੇ ਤਾਂ ਫਿਰ ਉਹੀ ਚੀਜ਼ਾਂ ਭਾਰੂ ਹੋ ਗਈਆਂ, ਜਿਸ ਕਾਰਨ ਇਹ ਪ੍ਰੋਬਲਮ। ਬਿਲਕੁਲ ਇਹੀ ਕਾਰਨ ਜੀ। ਉਹ ਜੇ ਅਸੀਂ ਅੱਜ ਵੀ ਚਾਹੁੰਦੇ ਹਾਂ, ਚਾਹੁੰਦੇ ਹਾਂ ਕਿ ਸਾਡਾ ਇਹ ਜਿਹੜਾ ਯੂਥ ਵਰਗ ਹੈ ਜਿਸ ਤੇ ਸਾਨੂੰ ਆਸ ਹੈ ਆਉਣ ਵਾਲਾ ਸਾਡਾ ਭਵਿੱਖ ਹੈ, ਇਹ ਸੱਤ ਦਾ ਧਾਰਨੀ ਬਣ ਜਾਏ, ਤਾਂ ਇਹ ਜ਼ਰੂਰੀ ਹੈ ਕਿ ਅਸੀਂ ਭਾਈ ਨੰਦ ਲਾਲ ਸਾਹਿਬ ਜੀ ਦੀ ਗੱਲ ਆ, ਆਗੇ ਸਮਝ ਲਓ ਨੰਦ ਲਾਲਾ, ਜੋ ਬੀਤੀ ਸੋ ਬੀਤੀ, ਪਾਛੇ ਜੋ ਬੀਤੀ ਸੋ ਬੀਤੀ, ਜੋ ਹੋ ਗਿਆ ਉਸ ਨੂੰ ਛੱਡ ਕੇ ਅਸੀਂ ਅੱਜ ਤੋਂ ਵੀ ਇਹ ਐਦ ਕਰੀਏ ਮੈਂ ਆਪਣੇ ਬੱਚਿਆਂ ਦੇ ਸਨਮੁਖ ਹੋਣਾ ਹੈ, ਮੁੱਖ ਉਜਲਾ ਕਰਨਾ ਹੈ। ਤੇ ਸ਼ਮਸ਼ੇਰ ਸਿੰਘ ਨੂੰ ਪਹਿਲਾਂ ਆਪਣੇ ਤੇ ਧਰਮ ਜਿਉਣਾ ਪਏਗਾ। ਰਾਈਟ, ਦੂਸਰੇ ਤੋਂ ਨਹੀਂ। ਐਬਸੋਲੂਟਲੀ, ਦੂਸਰਿਆਂ ਤੋਂ ਆਸ ਨਾ ਕਰੀਏ, ਪਰੰਤੂ ਨਹੀਂ ਆਪਣੇ ਆਪ ਤੋਂ ਸ਼ੁਰੂਆਤ ਹੋਵੇ, ਆਪਣੇ ਤੋਂ ਸ਼ੁਰੂ ਕਰੀਏ। ਰਾਈਟ। ਸੋ ਗੱਲ ਉੱਥੇ ਆ ਗਈ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਵਿੱਚ ਮੈਂ ਜਿਹੜਾ ਸਵਾਲ ਲੈ ਕੇ ਹਾਜ਼ਰ ਹੋਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਇੱਕ ਸਿੱਖ ਦਾ ਜੀਵਨ ਜਿਹੜਾ ਹੋਣਾ ਚਾਹੀਦਾ। ਤੁਸੀਂ ਕਿਹਾ ਕਿ ਕਥਨੀ ਤੇ ਕਰਨੀ 'ਚ ਅੰਤਰ ਨਹੀਂ ਹੋਣਾ ਚਾਹੀਦਾ, ਤੇ ਆਪ ਰਿਫਲੈਕਟ ਕਰੋ ਆਪਣੇ ਕਰੈਕਟਰ ਵਿੱਚੋਂ ਕਿ ਤੁਸੀਂ ਕੀ ਚੀਜ਼ ਨੂੰ ਕਰ ਰਹੇ ਹੋ। ਜੀ। ਹੋਰ ਕਿਸ ਚੀਜ਼ ਤੇ ਐਮਫਸਾਈਜ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ? ਸਾਨੂੰ ਜਦ ਤੱਕ ਗੁਰਬਾਣੀ ਨੂੰ ਆਪ ਅਸੀਂ ਪੜ੍ਹ ਕੇ ਗੁਰਬਾਣੀ ਦੇ ਅਰਥਾਂ ਨੂੰ ਨਹੀਂ ਜਾਣਦੇ, ਜੋ ਗੁਰਬਾਣੀ ਅੰਦਰ ਸਾਨੂੰ ਉਪਦੇਸ਼ ਹੈ, ਜੋ ਜੀਵਨ ਜਾਚ ਹੈ, ਜਦ ਤੱਕ ਸਭ ਤੋਂ ਪਹਿਲਾਂ ਸਾਨੂੰ ਉਹ ਗ੍ਰਹਿਣ ਕਰਨਾ ਬਹੁਤ ਜ਼ਰੂਰੀ ਹੈ ਜੀ। ਜਦ ਤੱਕ ਕੋਈ ਨਹੀਂ ਜਾਵਾਂਗੇ ਸਾਡਾ ਕਿਰਦਾਰ ਵੀ ਨਹੀਂ ਬਣ ਪਾਏਗਾ। ਅੱਜ ਤਰਾਸਦੀ ਹੈ, ਗੁਰਬਾਣੀ ਪੜ੍ਹੀ ਬਹੁਤ ਜਾ ਰਹੀ ਹੈ ਜੀ, ਗੁਰਬਾਣੀ ਸੁਣੀ ਬਹੁਤ ਜਾ ਰਹੀ ਹੈ, ਲੇਕਿਨ ਗੁਰਬਾਣੀ ਨੂੰ ਜਾਣਿਆ ਨਹੀਂ ਜਾ ਰਿਹਾ। ਠੀਕ, ਜ਼ਰੂਰੀ ਹੈ ਜੀ, ਜ਼ਰੂਰੀ ਹੈ। ਇਸ ਲਈ ਕੇਵਲ ਸਿੱਖਾਂ ਲਈ ਨਹੀਂ, ਇਹ ਤਾਂ ਹਰ ਮਨੁੱਖ ਲਈ ਹੈ, ਵਿਸ਼ਵ ਲਈ ਹੈ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੌ ਵਰਨਾ ਕੋ ਸਾਂਝਾ। ਬਿਲਕੁਲ, ਇਹ ਤੇ ਜੋ ਵੀ ਇਸ ਮਾਰਗ ਤੇ ਆਏਗਾ। ਸਾਡੀ ਤਰਾਸਦੀ ਹੈ ਕਿ ਅਸੀਂ ਬਾਣਾ ਤੇ ਧਰਮ ਦਾ ਪਾ ਲਿਆ ਜੀ। ਸਾਡੀ ਤਰਾਸਦੀ ਹੈ ਧਰਮ ਦਾ ਕੇਂਦਰ ਤੇ ਵਿਖਾਵੇ ਲਈ ਬਣਾ ਲਿਆ, ਪਰ ਇਹ ਨਾ ਬਾਣੇ ਵਿੱਚ ਧਰਮ ਰਿਹਾ ਤੇ ਨਾ ਕੇਂਦਰ ਤੋਂ ਧਰਮ ਦਾ ਪ੍ਰਸਾਰ ਹੀ ਹੋਇਆ। ਠੀਕ, ਤੇ ਬੱਚਿਆਂ ਨੇ ਜੋ ਵੇਖਿਆ ਉਹ ਵੇਖਿਆ। ਅਜੇ ਵੀ ਕੁਝ ਨਹੀਂ ਵਿਗੜਿਆ। ਅਜੇ ਵੀ ਜੇ
ਅੱਜ ਤੋਂ ਹੀ ਅਸੀਂ ਸ਼ਮਸ਼ੇਰ ਸਿੰਘ ਅੱਜ ਤੋਂ ਸ਼ੁਰੂ ਕਰੇ। ਰਾਈਟ। ਮੈਂ ਜੇ ਅੱਜ ਤੱਕ ਆਪਣੇ ਬੱਚਿਆਂ ਲਈ ਮਾਡਲ ਰੋਲ ਨਹੀਂ ਬਣ ਸਕਿਆ, ਇਹ ਮੇਰਾ ਕੱਲ ਸੀ। ਅੱਜ ਤੋਂ ਮੇਰਾ ਜਿਹੜਾ ਆਉਣ ਵਾਲਾ ਕੱਲ ਹੈ ਜੀ, ਉਹ ਮੈਂ ਬੱਚਿਆਂ ਅੱਗੇ ਸੱਤ ਪ੍ਰਗਟ ਕਰਾਂ, ਬੱਚਿਆਂ ਨੂੰ ਬਿਲਕੁਲ ਪਾਰਦਰਸ਼ੀ ਜੀ। ਜੀਵਨ ਦੋ ਨਹੀਂ ਹੋਣੇ ਚਾਹੀਦੇ, ਖਿਮਾ ਕਰਿਓ। ਰਾਈਟ। ਕਿਸੇ ਵੀ ਖੇਤਰ ਵਿੱਚ ਮਨੁੱਖ ਹੈ, ਸਿੱਖ ਉਹ ਦੋ ਜੀਵਨ ਨਹੀਂ ਕਿ ਪਰਿਵਾਰ ਵਿੱਚ ਜੀਵਨ ਹੋਰ ਹੈ, ਧਰਮ ਦਾ ਜੀਵਨ ਹੋਰ ਹੈ, ਕਿਰਦਾਰ ਦਾ ਨਹੀਂ, ਬਿਲਕੁਲ ਇੱਕ ਹੀ ਜੀਵਨ, ਇਕੁਇਲਿਬ੍ਰੀਅਮ ਦੀ ਲੋੜ ਹੈ, ਬਿਲਕੁਲ ਇੱਕ ਦੀ। ਰਾਈਟ। ਹੁਣ ਸ਼ਰਧਾ ਦੀ ਜਿੱਥੇ ਗੱਲ ਆਉਂਦੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖਾਂ 'ਚ ਬਹੁਤ ਸ਼ਰਧਾ ਹੈਗੀ ਹੈ। ਅਸੀਂ ਗੁਰਦੁਆਰਿਆਂ ਦੇ ਪ੍ਰਤੀ ਜਾਂ ਲੰਗਰ ਲਾਉਣ ਦੇ ਪ੍ਰਤੀ ਜਾਂ ਜਦੋਂ ਕੋਈ ਧਾਰਮਿਕ ਗਤੀਵਿਧੀਆਂ ਹੁੰਦੀਆਂ ਉਸ ਵਿੱਚ ਅਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੈਗੇ ਹਾਂ। ਸ਼ਰਧਾ ਦੀ ਕਿੰਨੀ ਕੁ ਤੁਸੀਂ ਇੰਪੋਰਟੈਂਸ ਸਮਝਦੇ ਹੋ, ਅਤੇ ਇਹ ਸ਼ਰਧਾ ਜਿਹੜੀ ਹੈਗੀ ਹੈ ਇਹ ਬਲਾਈਂਡ ਫੇਥ ਵਿੱਚ ਜਦੋਂ ਇਹ ਕਨਵਰਟ ਹੋ ਜਾਂਦੀ ਹੈਗੀ ਹੈ, ਇਹਦਾ ਕੀ ਨੁਕਸਾਨ ਜਾਂ ਫਾਇਦਾ ਹੋ ਰਿਹਾ? ਜਿਹੜੀ ਸ਼ਰਧਾ ਨਾ ਜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਸ਼ਰਧਾ ਤੇ ਗਿਆਨ ਦਾ ਸੁਮੇਲ ਹੈ। ਇਸ ਗਿਆਨ ਦੀ ਆਧਾਰ ਸ਼ਰਧਾ ਨਹੀਂ ਜੀ, ਇਸ ਸ਼ਰਧਾ ਦਾ ਆਧਾਰ ਗਿਆਨ ਹੈ। ਠੀਕ। ਸ਼ਰਧਾ ਕਬਰ ਤੇ ਮੱਥਾ ਟੇਕਦੀ ਹੈ, ਇੱਥੋਂ ਮੈਨੂੰ ਮਿਲੇਗਾ। ਗਿਆਨ ਕਹਿੰਦਾ ਇਹਦੇ ਵਿੱਚ ਕੀ ਹੈ ਜੀ। ਸ਼ਰਧਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ ਹੈ। ਸ਼ਰਧਾ ਇਸ ਗਿਆਨ ਇਹ ਕਹਿੰਦਾ ਹੈ ਕਿ ਇਹ ਮੈਂ ਇਸ ਗੁਰੂ ਸਾਹਿਬ ਨੂੰ ਸਿਰ ਨਿਵਾ ਰਿਹਾ ਹੈ, ਜੋ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਹੈ ਮੈਂ ਉਸ ਨੂੰ ਮੰਨਣ ਦਾ ਇਕਰਾਰ ਕਰ ਰਿਹਾ ਹੈ ਜੀ। ਇਹ ਸ਼ਰਧਾ ਹੈ। ਸ਼ਰਧਾ ਦਾ ਹੋਣਾ ਲਾਜ਼ਮੀ ਹੈ। ਧਰਮ ਦੀ ਦੁਨੀਆ ਵਿੱਚੋਂ ਸ਼ਰਧਾ ਮਾਈਨਸ ਕਰ ਦੋਗੇ, ਕੇਵਲ ਮਨ ਰਜੇਗੀ, ਨਾਸਤਿਕਤਾ, ਮਨਮੁਖ ਪੈਦਾ ਹੋਣਗੇ। ਜਿਹੜੇ ਕਹਿੰਦੇ ਗੁਰੂ ਹੈ ਪਰਮਾਤਮਾ ਹੈ ਹੀ ਨਹੀਂ, ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਸਾਹਿਤ ਹੈ, ਸਾਹਿਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ, ਜਿਹੜੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਅਧਿਆਤਮਕ ਹੈ, ਕੇਵਲ ਅਧਿਆਤਮਕ ਨਹੀਂ ਹੈ। ਰਾਈਟ। ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਦੀ ਵਿਚਾਰ ਨੂੰ ਬਿਹਤਰ ਜਾਣਦੇ ਨਹੀਂ ਤਦ ਤੱਕ ਸਾਡਾ ਜੀਵਨ ਕਿਰਦਾਰ ਵੀ ਨਹੀਂ ਬਣ ਸਕਦਾ। ਕਿਵੇਂ ਕਰਿਓ ਤੁਸੀਂ ਕਹੋਗੇ ਵਾਰ-ਵਾਰ ਜੀਵਨ ਕਿਰਦਾਰ ਤੇ ਸਟ੍ਰੈਸ ਕਰ ਰਿਹਾ, ਵਾਰ-ਵਾਰ ਸਟ੍ਰੈਸ ਕਰ ਰਿਹਾ, ਕਿਉਂਕਿ ਮਨੁੱਖ ਦਾ ਆਪਣਾ ਜੀਵਨ ਕਿਰਦਾਰ ਹੀ ਉਸ ਦੇ ਪ੍ਰਚਾਰ ਦੀ ਜਾਨ ਹੈ। ਉਸ ਦਾ ਜੀਵਨ ਕਿਰਦਾਰ ਹੀ ਉਸ ਦੇ ਪਰਿਵਾਰ ਦੇ ਵਿੱਚ ਆਉਣ ਵਾਲਾ ਭਵਿੱਖ ਜੋ ਬੱਚਿਆਂ ਦਾ ਹੈ ਉਹਦਾ ਆਧਾਰ ਬਾਪੂ ਦਾ ਆਪਣਾ ਕਿਰਦਾਰ ਹੈ। ਠੀਕ। ਇਵੇਂ ਹੀ ਕੌਮ ਦਾ ਕਿਰਦਾਰ ਹੈ। ਐਬਸੋਲੂਟ, ਉੱਤੋਂ ਸ਼ੁਰੂਆਤ ਹੋਏਗੀ। ਪਰ ਹੁਣ ਵਿਚਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਵਿਚਾਰ ਦੇ ਉੱਤੇ ਵੀ ਅੱਜ ਬਹੁਤ ਸਾਰਾ ਕਿੰਤੂ ਪਰੰਤੂ ਜੋ ਹੋ ਰਿਹਾ, ਕਿਉਂਕਿ ਇੱਕ ਆਮ ਸਿੱਖ ਜਿਹੜਾ ਜਿਸ ਦੇ ਵਿੱਚ ਕਿ ਸ਼ਰਧਾ ਹੈਗੀ ਉਹ ਵਿਚਾਰ ਰਾਹੀਂ ਗੁਰੂ ਗ੍ਰੰਥ ਸਾਹਿਬ ਨੂੰ ਜੇਕਰ ਪੜ੍ਹਨਾ ਵੀ ਚਾਹੇ ਤਾਂ ਸਮਝ ਕੇ ਉਸ ਨੂੰ ਅੱਗੇ ਜਦੋਂ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਉਹ ਕਿਰਦਾਰ 'ਚ ਰਿਫਲੈਕਟ ਕਰਾਉਣਾ ਚਾਹੇ, ਪਰ ਅੱਜ ਮਾਰਕੀਟ ਦੇ ਵਿੱਚ ਕੋਈ ਆਂਦਾ ਹੈ ਕੁਝ ਕਹਿ ਜਾਂਦਾ, ਕੋਈ ਕੁਝ ਕਹਿ ਜਾਂਦਾ ਹੈ, ਕੋਈ ਕੁਝ ਕਹਿ ਜਾਂਦਾ ਹੈ, ਤਾਂ ਕਨਫਿਊਜ਼ਨ ਜਿਹੜੀ ਉਹ ਜ਼ਿਆਦਾ ਹੋਈ ਬਜਾਏ ਕਿ ਕੁਝ ਇੱਕ ਸੌਖਾ ਰਸਤਾ ਅਡਾਪਟ ਕੀਤਾ ਜਾਂਦਾ। ਕਿਉਂਕਿ ਅੱਜ ਦੋ ਵਰਗ ਸਾਡੇ ਸਾਹਮਣੇ ਆ ਗਏ, ਇੱਕ ਤਾਂ ਜਿਹੜੇ ਸਿਰਫ ਸ਼ਰਧਾ ਦੇ ਉੱਤੇ ਹੀ ਟਿਕ ਗਏ ਤੇ ਇੱਕ ਜਿਹੜੇ ਸਿਰਫ ਗਿਆਨ ਦੇ ਉੱਤੇ ਹੀ ਟਿਕ ਗਏ। ਉਸ ਕਾਰਨ ਹੋਰ ਕੌਨਫਲਿਕਟ ਜਿਹੜਾ ਉਹ ਸਾਹਮਣੇ ਨਜ਼ਰ ਆ ਰਿਹਾ। ਇਹਨੂੰ ਸੋਲਵ ਕਰਨ ਵਾਸਤੇ ਕੀ ਕਰਨ ਦੀ ਲੋੜ ਹੈ? ਕੋਈ ਵੀ ਚੀਜ਼ ਜਿਵੇਂ ਸੋਨਾ ਹੈ, ਸੋਨੇ ਨੂੰ ਪਰਖਣ ਨੂੰ ਕਸਵੱਟੀ ਹੁੰਦੀ ਹੈ ਜੀ। ਬਾਕੀ ਚੀਜ਼ਾਂ ਉਹਨਾਂ ਦੀ ਜਿਹੜੀ ਓਰੀਜਨੈਲਿਟੀ ਹੈ ਉਹਨੂੰ ਪਰਖ ਲਈ ਵੱਖਰੇ ਵੱਖਰੇ ਮਾਪਦੰਡ ਹੈ। ਇਵੇਂ ਹੀ ਜਿਹੜਾ ਹੈਗਾ ਆ ਕਿ ਮਨੁੱਖ ਦੇ ਇਹ ਜਿਹੜਾ ਸਾਡੇ ਅੱਗੇ ਆਇਆ ਹੈ ਮਨੁੱਖ ਕਿਵੇਂ ਧਰਮੀ ਬਣ ਜਾਏ, ਇਹ ਕਿਵੇਂ ਇਹਦਾ ਕਸਵੱਟੀ ਵੀ ਗੁਰੂ ਦਾ ਹੁਕਮ ਹੀ ਹੈ। ਰਾਈਟ। ਗੁਰੂ ਦਾ ਹੁਕਮ ਹੀ ਕਸਵੱਟੀ ਹੈ। ਕਿਰਦਾਰ ਮਨੁੱਖ ਦਾ ਗੁਰੂ ਦਾ ਹੁਕਮ ਹੀ, ਕੋਈ ਦੂਸਰੇ ਕੋਲ ਸਰਟੀਫਾਈਡ ਕਰਾਉਣ ਦੀ ਲੋੜ ਨਹੀਂ ਹੈ ਜੀ। ਇਹ ਗੁਰੂ ਦਾ ਹੁਕਮ ਹੀ, ਜੇ ਤੇ ਗੁਰੂ ਗ੍ਰੰਥ ਸਾਹਿਬ ਉਹਦਾ ਹੁਕਮ ਹੈ, ਉਹਦੇ ਹੁਕਮ ਮੁਤਾਬਕ ਹੈ ਤੇ ਕਿਰਦਾਰ ਠੀਕ ਹੈ। ਤੇ ਜਿਹੜੇ ਸੀ ਤੁਹਾਡਾ ਸਵਾਲ ਸੀ ਵੀ ਲੋਕ ਵਿਖਾਵਾ ਕਰ ਰਹੇ ਨੇ ਜਾਂ ਕਿਵੇਂ ਹੋਵੇ, ਕਿਵੇਂ ਅਸੀਂ ਸਤਵੰਤ ਹੋਏ, ਤੇ ਇਹ ਕਰਮ ਵਿਖਾਵਾ ਕੀ ਹੈ, ਸੱਚ ਕੀ ਹੈ, ਇਸ ਲਈ ਵੀ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਤੇ ਹੀ ਪ੍ਰਗਟ ਹੋਏਗਾ, ਗੁਰਬਾਣੀ ਤੇ ਹੀ ਕਸਵੱਟੀ ਲੱਗੇਗੀ ਜੀ। ਲੇਕਿਨ ਜਦੋਂ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਜਿਹੜੀ ਹੈਗੀ ਉਹ ਵੱਖਰੇ ਵੱਖਰੇ ਤਰੀਕੇ ਨਾਲ ਕੀਤੀ ਜਾਂਦੀ, ਉਹ ਮੇਰਾ ਸਵਾਲ ਹੈਗਾ ਬੇਸਿਕ ਤਾਂ, ਕਿਉਂਕਿ ਤੁਸੀਂ ਕੁਝ ਆਏ, ਤੁਸੀਂ ਕੁਝ ਕਿਹਾ, ਕੋਈ ਹੋਰ ਆਇਆ ਉਸਨੇ ਆਪਣੇ ਐਕਸਪੀਰੀਐਂਸਿਸ, ਆਪਣੀ ਜਿੰਨੀ ਵੀ ਸਟੱਡੀ ਉਸ ਹਿਸਾਬ ਕਹਿ ਦਿੱਤਾ। ਇੱਕ ਜਿਹੜਾ ਆਮ ਸਿੱਖ ਹੈਗਾ ਉਹ ਤਾਂ ਕਨਫਿਊਜ਼ਨ 'ਚ ਪੈ ਗਿਆ। ਹੁਣ ਮਿਸਾਲ ਦੇ ਤੌਰ ਦੇ ਉੱਤੇ ਅਸੀਂ ਐਗਜ਼ਾਮਪਲ ਜੇ ਲੈ ਲਈਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਵੀ ਲਫ਼ਜ਼ ਲਿਖਿਆ ਗਿਆ, ਜਿਹੜਾ ਵੀ ਸ਼ਬਦ ਆਉਂਦਾ ਹੈ, ਉਹਦੇ ਤੁਸੀਂ ਇੱਕ ਤਾਂ ਲਿਟਰਲ ਮੀਨਿੰਗ ਹੋ ਗਿਆ, ਇੱਕ ਉਹਦਾ ਅਖਰੀ ਅਰਥ ਹੋ ਗਿਆ। ਕਈ ਵਿਅਕਤੀ ਉਸ ਨੂੰ ਲਿਟਰਲ ਮੀਨਿੰਗ ਤੱਕ ਹੀ ਸੀਮਤ ਕਰਕੇ ਉਹਦੇ 'ਚ ਫਸ ਜਾਂਦੇ ਨੇ, ਤੇ ਕਈ ਸਿਰਫ ਉਹਦਾ ਜਿਹੜਾ ਅਖਰੀ ਅਰਥ ਹੈ ਉਸ ਨੂੰ ਆਪਣੇ ਐਕਸਪੀਰੀਅੰਸ ਰਾਹੀਂ ਉਸ ਨੂੰ ਟਰਾਂਸਲੇਟ ਕਰਕੇ ਦੱਸ ਦਿੰਦੇ ਨੇ। ਪਰ ਇੱਕ ਜਿਹੜਾ ਆਮ ਸਿੱਖ ਜਿਹੜਾ ਜਾਂਦਾ ਹੈ ਗੁਰਦੁਆਰੇ ਦੇ ਵਿੱਚ ਕੁਝ ਸਿੱਖਣ ਲਈ, ਉਹ ਹੋਰ ਕਨਫਿਊਜ਼ ਹੋ ਜਾਂਦਾ ਹੈ। ਸਾਡੀ ਤਰਾਸਦੀ ਹੈ, ਸਭ ਤੋਂ ਵਧੀਆ ਵੱਡੀ ਸਿੱਖ ਕੌਮ ਦੀ ਤਰਾਸਦੀ ਹੈ ਕਿ ਸਿੱਖ ਕੌਮ ਵੇਖਣ ਨੂੰ ਇੱਕ ਕੌਮ ਹੈ, ਨਾ ਗੁਰੂ ਗ੍ਰੰਥ ਸਾਹਿਬ ਤੇ ਸਾਡੀ ਇੱਕ ਵਿਚਾਰ ਉਹਦੇ ਉਚਾਰਨ ਤੇ, ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਵਲੀ ਤੇ ਸਾਡੀ ਇੱਕ ਵਿਚਾਰ, ਨਾ ਗੁਰਮਤ ਤੇ ਸਾਡੀ ਇੱਕ ਵਿਚਾਰ। ਬਹੁਤੀ ਵਾਰੀ ਤੇ ਅਸੀਂ ਮਨਮਤ ਨੂੰ ਗੁਰਮਤ ਦਾ ਲਬਾਦਾ ਪਾ ਦਿੰਦੇ। ਜਿਵੇਂ ਤੁਸੀਂ ਹੁਣੇ ਕਿਹਾ ਹੈ, ਤੁਸੀਂ ਹੁਣ ਕਿਹਾ ਕਿ ਉਹ ਕਹਿੰਦਾ ਕਿ ਉਹ ਪਦਾਰਥ ਦੀ ਬਾਤ ਕਰੀ ਜਾਂਦਾ ਹੈ, ਅਖਰੀ ਅਰਥ ਬਾਰੇ ਇੱਕ ਵਾਰੀ ਕਰੀ ਜਾਂਦਾ ਹੈ। ਉਹ ਕਰ ਰਿਹਾ ਹੈ ਮਨਮਤ ਆਪਣੀ ਦੀ ਗੱਲ, ਆਪਣੇ ਗਿਆਨ ਦਾ ਦਾਵਾ ਕਰ ਰਿਹਾ ਹੈ, ਮੈਂ ਜਾਣਦਾ ਹੈ, ਤੇ ਕਰ ਰਿਹਾ ਹੈ ਉਹ ਮਨਮਤ ਗੁਰਮਤ ਦਾ ਲਿਬਾਦਾ ਪਾ। ਤੇ ਦੂਸਰਾ ਕੇਵਲ ਅਧਿਆਤਮਕ ਦੀ ਬਾਤ ਕਰਦਾ ਹੈ, ਤਾਂ ਅਧਿਆਤਮਕ ਨਿਜ ਦਾ ਹੁੰਦਾ ਜੀ। ਗੁਰੂ ਗ੍ਰੰਥ ਸਾਹਿਬ ਦਾ ਮਾਰਗ ਨਿਜ ਦਾ ਨਹੀਂ ਹੈ, ਇਹ ਸਰਬੱਤ ਦਾ ਮਾਰਗ ਹੈ।
ਨਿੱਜ ਦਾ ਉਹਨੂੰ ਅਧਿਆਤਮਿਕ ਅਵਸਥਾ ਪ੍ਰਾਪਤੀ ਬੈਠੇ ਇਕੱਠਾ ਹੋ ਗਏ। ਗੁਰੂ ਨਾਨਕ ਦੀ ਗੁਰੂ ਗ੍ਰੰਥ ਵਿਚਾਰ, ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਜੀ ਮਨੁੱਖ ਉਸ ਅਧਿਆਤਮਿਕ ਅਵਸਥਾ ਨੂੰ ਤਿਆਰ ਕਰਦੀ ਆ ਜੀ ਜਿਹੜੀ ਅਧਿਆਤਮਿਕ ਅਵਸਥਾ ਜੇ ਅਨਿਆਂ ਦੇ ਖਿਲਾਫ ਮੈਦਾਨ ਵਿੱਚ ਜੂਝ ਸਕਦੀ ਹੈ। ਇਹ ਅਧਿਆਤਮਿਕ ਅਵਸਥਾ ਅਨਿਆਂ ਨੂੰ ਰੋਕਣ ਲਈ ਜੀ ਤਤੀ ਤਵੀ ਤੇ ਬੈਠ ਸਕਦੀ ਹੈ। ਠੀਕ ਇਹ ਉਹ ਅਧਿਆਤਮਿਕ ਅਵਸਥਾ ਹੈ। ਤੇ ਜੇ ਜ਼ਾਲਮ ਦੇ ਜ਼ੁਲਮ ਨੂੰ ਰੋਕਣ ਲਈ ਤਲਵਾਰ ਵੀ ਉਠਾਉਣੀ ਪਵੇ ਤੇ ਇਹ ਅਧਿਆਤਮਿਕ ਅਵਸਥਾ ਉਸ ਤਲਵਾਰ ਦੀ ਮੁੱਠੀ ਤੇ ਹੱਥ ਰੱਖਦੀ ਹੈ। ਠੀਕ ਗੁਰੂ ਨਾਨਕ ਦੀ ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਿਕ ਅਵਸਥਾ, ਸਿੱਖ ਦੀ ਅਧਿਆਤਮਿਕ ਅਵਸਥਾ ਇਹ ਤੇ ਉਹ ਇੱਕ ਉਦਾਸੀ ਲੋਕ ਜਿਹੜਾ ਮੰਤਰ ਜਪਦਾ ਹੈ ਅਸੀਂ ਵਾਹਿਗੁਰੂ ਜਪਦੇ ਅਸੀਂ ਅਧਿਆਤਮਿਕ ਹੈ ਅਧਿਆਤਮਿਕ ਹੈ ਲਗਭਗ ਇੱਕੋ ਜਿਹੇ ਖੜੇ ਨੇ। ਰਾਈਟ। ਸੋ ਇਹ ਬੈਲੈਂਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੱਥੇ ਸਾਨੂੰ ਜ਼ੋਰ ਦੇਣ ਦੀ ਲੋੜ ਹੈ। ਬਿਲਕੁਲ ਜੀ। ਅਖੀਰ ਦੇ ਵਿੱਚ ਅਗੇਨ ਆਮ ਸਿੱਖ ਨੂੰ ਜਿਹੜਾ ਅੱਜ ਪ੍ਰੋਗਰਾਮ ਦੇਖ ਰਿਹਾ ਹੈ ਉਹਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿ ਸ਼ੁਰੂਆਤ ਕਿੱਥੋਂ ਕੀਤੀ ਜਾਏ, ਕਿਹੜੀ ਚੀਜ਼ ਨੂੰ ਫੜ ਕੇ? ਗੁਰੂ ਗ੍ਰੰਥ ਸਾਹਿਬ ਬਿਲਕੁਲ ਸਭ ਸਤਿਕਾਰ ਦੇ ਹੈਗੇ ਨੇ, ਲੇਕਿਨ ਜਦੋਂ ਨੌਲੇਜ ਲੈਣ ਦੀ ਗੱਲ ਆਉਂਦੀ ਹੈ ਕੋਈ ਤੁਸੀਂ ਕੋਈ ਰੈਫਰੈਂਸਿਸ ਦੇਣਾ ਚਾਹੋ ਜਿਨ੍ਹਾਂ ਦੇ ਰਾਹੀਂ ਉਹ ਪੜ੍ਹ ਕੇ ਸਮਝ ਕੇ ਅੱਗੇ ਬੈਨੀਫਿਟ ਲੈ ਸਕਦੇ ਨੇ ਕੁਝ? ਸਭ ਤੋਂ ਪਹਿਲਾਂ ਜ਼ਰੂਰੀ ਹੈ ਜੀ ਕਿ ਸਿੱਖ ਬਾਣੀ ਆਪ ਪੜ੍ਹੇ। ਠੀਕ। ਹਰ ਮਨੁੱਖ ਬਾਣੀ ਆਪ ਪੜ੍ਹੇ। ਬਾਣੀ ਦੇ ਅਰਥਾਂ ਲਈ ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਹੈਗਾ ਟੀਕਾ ਹੈ ਜੀ, ਬਹੁਤ ਸੰਖੇਪ ਸ਼ਬਦਾਂ ਵਿੱਚ, ਬਹੁਤ ਆਮ ਆਦਮੀ ਸਮਝਣ ਵਾਲੇ ਸ਼ਬਦਾਂ ਵਿੱਚ ਉਸਦੇ ਅਰਥ ਕੀਤੇ ਨੇ। ਰਾਈਟ। ਗੁਰਬਾਣੀ ਜਿਤਨੀ ਪੜ੍ਹੀ ਜਾਵੇ ਉਸਦੇ ਅਰਥਾਂ ਨੂੰ ਜਾਣਿਆ ਜਾਏ। ਠੀਕ। ਅਰਥਾਂ ਨੂੰ ਜਾਣਿਆ ਹੀ ਗੁਰਬਾਣੀ ਦਾ ਅੰਦਰਲਾ ਲੌਜਿਕ ਸਮਝਾਏਗਾ। ਅੰਦਰਲਾ ਲੌਜਿਕ ਹੀ ਮਨੁੱਖ ਦੇ ਜੀਵਨ ਨੂੰ ਸਤ ਵਾਲਾ ਬਣਾਏਗਾ। ਰਾਈਟ। ਤੋ ਹਰ ਆਦਮੀ ਯਤਨ ਕਰੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰਾਂ, ਠੀਕ, ਆਪ ਗੁਰਬਾਣੀ ਨੂੰ ਪੜ੍ਹਾਂ, ਮੈਂ ਆਪ ਇਸ ਦੇ ਅਰਥਾਂ ਨੂੰ ਜਾਣਾ। ਤੇ ਇੱਕ ਗੱਲ ਪੱਕੀ ਕਰ ਲਈਏ, ਇਹ ਨਾ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਦੀ ਰਿਸਰਚ ਕਰਕੇ ਕਰਨੀ ਸ਼ੁਰੂ ਕਰਦਾ ਕਿਰਤ ਤਿਆਗ ਦੇਵੇ। ਨਹੀਂ, ਕਿਰਤ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਰਿਸਰਚ ਕਰੇ, ਕਿਰਤ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਅਰਥਾਂ ਨਾਲ ਜੁੜੇ। ਇਹ ਜ਼ਰੂਰੀ ਆ ਜੀ। ਧੰਦਾ ਤੇ ਧਰਮ ਇੱਕ ਧੰਨਵਾਦ ਵਿੱਚ। ਬਹੁਤ ਖੂਬ ਜੀ, ਧੰਨਵਾਦ ਤੁਹਾਡਾ ਇੱਥੇ ਆ ਕੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਸ਼ਮਸ਼ੇਰ ਸਿੰਘ ਜੀ ਨੇ ਜਿਸ ਵਿਸ਼ੇ ਦੇ ਉੱਤੇ ਸਾਂਝ ਪਾਈ, ਅਗੇਨ ਜਿਸ ਚੀਜ਼ ਤੇ ਐਮਫਸਾਈਜ਼ ਕੀਤਾ ਤੁਸੀਂ ਆਪ ਸੁਣਿਆ ਹੈਗਾ ਕਿ ਅੱਜ ਅਸੀਂ ਕਰਮ ਕਾਂਡਾਂ 'ਚ ਫਸ ਕੇ ਅਤੇ ਦੂਸਰਿਆਂ ਦੇ ਉੱਤੇ ਅਸੀਂ ਸਮਝਨੇ ਕਿ ਸਾਨੂੰ ਕੋਈ ਰਸਤਾ ਵਿਖਾ ਦੇਣਗੇ। ਇਹ ਤਾਂ ਬੜਾ ਇੱਕ ਸਰਲ ਮਾਰਗ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਸੀ ਕਿ ਆਪ ਅਸੀਂ ਕਿਰਤ ਕਰੀਏ, ਨਾਮ ਜਪੀਏ ਤੇ ਵੰਡ ਛਕੀਏ। ਇਸ ਵਾਸਤੇ ਸਾਨੂੰ ਆਪ ਇਨੀਸ਼ੀਏਟਿਵ ਲੈਣਾ ਪਏਗਾ। ਅੱਜ ਇਹ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੁੰਦੇ ਹਾਂ ਤਾਂ ਉਸ ਵਾਸਤੇ ਅਸੀਂ ਚਾਹੁੰਦੇ ਕਿ ਕੋਈ ਸਾਨੂੰ ਜਿਸ ਤਰ੍ਹਾਂ ਅਸੀਂ ਲੋਲੀਪੌਪ ਖਾਂਦੇ ਹਾਂ ਉਸ ਤਰੀਕੇ ਨਾਲ ਕੋਈ ਸਾਨੂੰ ਸੋਲਵ ਕਰਕੇ ਦੇ ਦੇ। ਇਹ ਨਹੀਂ ਹੋਏਗਾ। ਆਓ ਸਾਰੇ ਵਿਅਕਤੀਗਤ ਤੌਰ ਦੇ ਉੱਤੇ ਤੇ ਕੌਮੀ ਤੌਰ ਤੇ ਇਕੱਠੇ ਹੋ ਕੇ ਇਸ ਸੋਚ ਨੂੰ ਉਜਾਗਰ ਕਰੀਏ ਕਿ ਇਨੀਸ਼ੀਏਟਿਵ ਸਾਨੂੰ ਆਪ ਹੀ ਲੱਭਣਾ ਪਏਗਾ। ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਹੈ। ਉਸ ਨੂੰ ਸਮਝ ਕੇ, ਪੜ੍ਹ ਕੇ, ਵਿਚਾਰ ਕੇ, ਆਪਣੇ ਜੀਵਨ ਵਿੱਚ ਗ੍ਰਹਿਣ ਕਰਕੇ ਤੇ ਉਸ ਨੂੰ ਰਿਫਲੈਕਟ ਕਰੀਏ, ਤਦ ਹੀ ਅਸੀਂ ਗੁਰੂ ਦੇ ਆਸੇ ਅਨੁਸਾਰ ਜੀਵਨ ਬਤੀਤ ਕਰ ਸਕਾਂਗੇ। ਕਰਦੇ ਹਾਂ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਲਈ 604 603 75 55 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਜੇਕਰ ਕਿਸੇ ਵਜ੍ਹਾ ਨਾਲ ਤੁਸੀਂ ਇਹ ਪ੍ਰੋਗਰਾਮਸ ਨਹੀਂ ਦੇਖ ਸਕ ਰਹੇ ਤਾਂ youtube.com/harpreet singh show ਤੇ ਜਾ ਕੇ ਇਹ ਪ੍ਰੋਗਰਾਮਸ ਦੇਖ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।